ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ, ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਮਿਸਟਰੈਸ ਕੰਮ ਕਰ ਰਹੀ ਹਾਂ। ਪਿਛਲੀਆਂ ਵੀਡੀਓਜ਼ ਦੇ ਵਿੱਚ ਅਸੀਂ ਪੰਜਾਬੀ ਵਿਆਕਰਨ ਦੇ 4 ਅੰਗਾਂ ਵਿੱਚੋਂ ਪਹਿਲੇ 3 ਅੰਗਾਂ ਧੁਨੀ ਜਾਂ ਅੱਖਰ ਜਾਂ ਵਰਨਬੋਧ, ਸ਼ਬਦਬੋਧ ਅਤੇ ਵਾਕਬੋਧ ਬਾਰੇ ਗੱਲਬਾਤ ਕਰ ਚੁੱਕੇ ਹਾਂ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਵਿਆਕਰਨ ਦੇ ਚੌਥੇ ਅੰਗ ਅਰਥਬੋਧ ਬਾਰੇ ਗੱਲਬਾਤ ਕਰਾਂਗੇ। ਸੋ ਸਾਡਾ ਅੱਜ ਦਾ ਵਿਸ਼ਾ ਹੈ ਅਰਥਬੋਧ। ਅਰਥਬੋਧ ਕੀ ਹੈ? ਸ਼ਬਦ ਭੰਡਾਰ ਨੂੰ ਅਮੀਰ ਬਣਾਉਣ ਲਈ ਸ਼ਬਦਾਂ ਦੇ ਅਰਥਾਂ ਦੇ ਆਧਾਰ 'ਤੇ ਵੀ ਕਈ ਸ਼ਬਦ ਬਣਾਏ ਜਾਂਦੇ ਹਨ, ਜਿਸ ਨਾਲ ਸ਼ਬਦ ਭੰਡਾਰ ਵਿੱਚ ਵਾਧਾ ਹੁੰਦਾ ਹੈ ਅਤੇ ਭਾਸ਼ਾ ਅਮੀਰ ਹੁੰਦੀ ਹੈ। ਅਰਥਬੋਧ ਤੋਂ ਭਾਵ ਹੈ ਅਰਥਾਂ ਦੇ ਪੱਖ ਤੋਂ ਸ਼ਬਦਾਂ ਦੀ ਵਿਆਖਿਆ। ਵਿਆਕਰਨ ਦੇ ਇਸ ਭਾਗ ਵਿੱਚ ਵਿਰੋਧੀ ਸ਼ਬਦਾਂ, ਸਮਾਨਾਰਥਕ ਸ਼ਬਦਾਂ, ਬਹੁਅਰਥਕ ਸ਼ਬਦਾਂ ਅਤੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਅਰਥਾਂ ਪੱਖੋਂ ਸ਼ਬਦਾਂ ਦਾ ਅਧਿਐਨ ਕਰਨ ਲਈ ਮੁੱਖ ਰੂਪ ਵਿੱਚ 4 ਆਧਾਰ ਮੰਨੇ ਗਏ ਹਨ। ਪਹਿਲਾ ਹੈ ਬਹੁਅਰਥਕ ਸ਼ਬਦ, ਦੂਸਰਾ ਹੈ ਸਮਾਨਾਰਥਕ ਸ਼ਬਦ, ਤੀਸਰਾ ਆਧਾਰ ਹੈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਅਤੇ ਚੌਥਾ ਹੈ ਵਿਰੋਧਾਰਥਕ ਸ਼ਬਦ। ਅਰਥਾਂ ਪੱਖੋਂ ਸ਼ਬਦਾਂ ਦਾ ਅਧਿਐਨ ਕਰਨ ਲਈ ਪਹਿਲਾ ਆਧਾਰ ਹੈ ਬਹੁਅਰਥਕ ਸ਼ਬਦ। ਬਹੁਅਰਥਕ ਸ਼ਬਦ ਕੀ ਹੁੰਦਾ ਹੈ? ਬਹੁਅਰਥਕ ਸ਼ਬਦ ਉਹ ਸ਼ਬਦ ਹੁੰਦਾ ਹੈ ਜਿਸ ਦੇ ਅਰਥ ਇੱਕ ਤੋਂ ਵੱਧ ਹੋਣ, ਭਾਵ ਬਹੁਤੇ ਅਰਥ ਹੋਣ, ਜ਼ਿਆਦਾ ਅਰਥ ਹੋਣ। ਅਜਿਹੇ ਸ਼ਬਦਾਂ ਦੇ ਸ਼ਬਦ ਜੋੜ ਅਤੇ ਉਚਾਰਨ ਤਾਂ ਇੱਕੋ ਜਿਹੇ ਹੁੰਦੇ ਹਨ, ਪਰ ਅਰਥਾਂ ਵਿੱਚ ਬਹੁਤ ਫਰਕ ਹੁੰਦਾ ਹੈ। ਆਪਾਂ ਕੁਝ ਸ਼ਬਦਾਂ ਦੀਆਂ ਉਦਾਹਰਨਾਂ ਦੇਖਾਂਗੇ ਜਿਨ੍ਹਾਂ ਦੇ ਇੱਕ ਤੋਂ ਵੱਧ ਅਰਥ ਨਿਕਲਣ ਕਾਰਨ ਉਹਨਾਂ ਨੂੰ ਬਹੁਅਰਥਕ ਸ਼ਬਦ ਕਿਹਾ ਜਾਂਦਾ ਹੈ। ਆਪਾਂ ਸ਼ਬਦਾਂ ਦੇ ਅਰਥ ਅਤੇ ਉਹਨਾਂ ਦੀ ਵਾਕਾਂ ਵਿੱਚ ਵਰਤੋਂ ਵੀ ਕਰਾਂਗੇ। ਜਿਵੇਂ ਪਹਿਲਾ ਸ਼ਬਦ ਹੈ ਉੱਤਰ। ਉੱਤਰ ਸ਼ਬਦ ਦਾ ਪਹਿਲਾ ਅਰਥ ਹੈ ਦਿਸ਼ਾ। ਸਾਨੂੰ ਪਤਾ ਹੈ ਕਿ 4 ਦਿਸ਼ਾਵਾਂ ਹਨ: ਉੱਤਰ, ਦੱਖਣ, ਪੂਰਬ ਅਤੇ ਪੱਛਮ। ਉੱਤਰ ਸ਼ਬਦ ਇੱਕ ਦਿਸ਼ਾ ਦਾ ਨਾਂ ਹੈ ਤੇ ਸਾਡਾ ਪਹਿਲਾ ਵਾਕ ਹੈ ਸਾਡਾ ਘਰ ਉੱਤਰ ਦਿਸ਼ਾ ਵੱਲ ਹੈ। ਉੱਤਰ ਸ਼ਬਦ ਦਾ ਦੂਸਰਾ ਅਰਥ ਹੈ ਪ੍ਰਸ਼ਨ ਦੇ ਉਲਟ ਜਾਂ ਜਵਾਬ। ਵਾਕ ਹੈ ਹਰਬੀਰ ਨੇ ਸਾਰੇ ਸਵਾਲਾਂ ਦੇ ਉੱਤਰ ਠੀਕ ਲਿਖੇ। ਉੱਤਰ ਸ਼ਬਦ ਦਾ ਤੀਸਰਾ ਅਰਥ ਹੈ ਹੇਠਾਂ ਆਉਣਾ। ਵਾਕ ਹੈ ਉਹ ਪੌੜੀਆਂ ਤੋਂ ਹੇਠਾਂ ਉਤਰ ਰਿਹਾ ਸੀ। ਅਗਲਾ ਬਹੁਅਰਥਕ ਸ਼ਬਦ ਹੈ ਕੱਚਾ। ਕੱਚਾ ਸ਼ਬਦ ਦਾ ਪਹਿਲਾ ਅਰਥ ਹੈ ਪੱਕੇ ਦੇ ਉਲਟ, ਭਾਵ ਪੱਕਾ ਨਾ ਹੋਣਾ। ਵਾਕ ਹੈ ਸਾਰਾ ਪਰੌਂਠਾ ਕੱਚਾ ਹੈ, ਚੰਗੀ ਤਰ੍ਹਾਂ ਸੇਕ ਦਿਓ। ਕੱਚਾ ਸ਼ਬਦ ਦਾ ਦੂਸਰਾ ਅਰਥ ਹੈ ਝੂਠਾ ਪੈ ਜਾਣਾ। ਵਾਕ ਹੈ ਜਦੋਂ ਸਾਰਿਆਂ ਸਾਹਮਣੇ ਉਸ ਦਾ ਝੂਠ ਫੜਿਆ ਗਿਆ ਤਾਂ ਉਹ ਬਹੁਤ ਕੱਚਾ ਹੋਇਆ। ਕੱਚਾ ਸ਼ਬਦ ਦਾ ਤੀਸਰਾ ਅਰਥ ਹੈ ਬੇਸਮਝ। ਵਾਕ ਹੈ ਮੈਂ ਤੁਹਾਡੀਆਂ ਸਾਰੀਆਂ ਚਲਾਕੀਆਂ ਸਮਝ ਗਿਆ ਹਾਂ ਕਿਉਂਕਿ ਮੈਂ ਕੋਈ ਅਕਲ ਦਾ ਕੱਚਾ ਨਹੀਂ। ਅਗਲਾ ਬਹੁਅਰਥਕ ਸ਼ਬਦ ਹੈ ਸੰਗ। ਸੰਗ ਸ਼ਬਦ ਦਾ ਪਹਿਲਾ ਅਰਥ ਹੈ ਸਾਥ। ਵਾਕ ਹੈ ਸਾਨੂੰ ਹਮੇਸ਼ਾ ਚੰਗੇ ਦੋਸਤਾਂ ਦਾ ਸੰਗ ਕਰਨਾ ਚਾਹੀਦਾ ਹੈ। ਸੰਗ ਸ਼ਬਦ ਦਾ ਦੂਸਰਾ ਅਰਥ ਹੈ ਸ਼ਰਮ। ਵਾਕ ਹੈ ਸੰਗ
औरत दा गहना है। संग शब्द दा तीसरा अर्थ है नाल। वाक है तैनू बिल्कुल भी घबराउण दी लोड़ नहीं है, मैं हमेशा तेरे संग हाँ। अगला बहुअर्थक शब्द है जग। जग शब्द का पहला अर्थ है दुनिया, संसार। वाक है यह जग चलनहार है। जग शब्द का दूसरा अर्थ है लंगर। वाक है बहुत सारे लोग अपने पूर्वजां नूं खुश करन लई जग लाउंदे हन। जग शब्द का तीसरा अर्थ है भांडा। जग पानी का भरिया होया है। साडे कोल अगला बहुअर्थक शब्द है तर। तर शब्द का पहला अर्थ है पानी विच तैरना। वाक है बच्चे दरिया विच तर रहे हन। तर शब्द का दूसरा अर्थ है पानी नाल गिला करना। वाक है साडे कोल तर कंध उत्ते सीमेंट वध पकड़ करदा है। तर शब्द का तीसरा अर्थ है फल। रोटी नाल तर खानी बहुत लाहेवंद हुंदी है। अगला बहुअर्थक शब्द है दौरा। दौरा शब्द का पहला अर्थ है घूमना। ते वाक है साडे कोल साडे पिंड दे सरपंच ने लोकां दियां मुश्किलां हल करन लई पूरे पिंड दा दौरा कीता। दौरा शब्द का दूसरा अर्थ है बीमारी। वाक है दिल का दौरा पैण कारण उसकी मौत हो गई। दौरा शब्द का तीसरा अर्थ है हरकत। वाक है साडे शरीर विच खून दौरा करता है। अगला बहुअर्थक शब्द जो साडे कोल है वो है फुल। फुल शब्द का पहला अर्थ है फुल बूटे। वाक है मैनू गुलाब दे फुल बहुत पसंद हैं। फुल शब्द का दूसरा अर्थ है खुश होना। जमात विचों पहले नंबर ते आउण दी खबर सुन के वह खुशी नाल फुल गया। फुल शब्द का तीसरा अर्थ है अस्थियां। मृतकां दे फुल जल प्रवाह कीते जाते हैं। साडा अगला बहुअर्थक शब्द है बोली। बोली शब्द का पहला अर्थ है भाषा। वाक है बोली मनुखी सभ्यता का सब तो कीमती सरमाया है। बोली शब्द का दूसरा अर्थ है मेहना। ते वाक है सानू कदे वैरी दुश्मन नूं भी बोली नहीं मारनी चाहिदी। बोली शब्द का तीसरा अर्थ है भंगड़े जां गिद्धे दा गीत। वाक है जदों भंगड़े जां गिद्धे विच बोली पैंदी है तां हर एक दा नच्चण नूं जी करदा है। अगला बहुअर्थक शब्द जो साडे कोल है वो है लड़। लड़ शब्द का पहला अर्थ है लड़ाई। वाक है गली विच बच्चे खेडदे खेडदे लड़ पे। लड़ शब्द का दूसरा अर्थ है चुन्नी दा पल्ला। वाक है उसने चुन्नी दे लड़ नाल मूँह ढकिया होया सी। लड़ शब्द का तीसरा अर्थ है रिश्ता जोड़ना। हर बाप अपनी धी नूं सुलझे हुए नौजवान दे लड़ लाउणा चाहुंदा है। अगला बहुअर्थक शब्द है साडे कोल वट। वट शब्द का पहला अर्थ है गर्मी। अज बहुत वट है। वट शब्द का दूसरा अर्थ है पैली दी वंड। ते वाक है बलकार सिंह अते महिंदर सिंह दे खेत दी वट सांझी है। वट शब्द का
ਤੀਸਰਾ ਅਰਥ ਹੈ ਤਿਉੜੀ। ਉਹ ਹਰ ਵੇਲੇ ਮੱਥੇ ਵੱਟ ਪਾਈ ਰੱਖਦਾ ਹੈ। ਅਗਲਾ ਬਹੁ ਅਰਥਕ ਸ਼ਬਦ ਹੈ ਵਾਹ। ਵਾਹ ਸ਼ਬਦ ਦਾ ਪਹਿਲਾ ਅਰਥ ਹੈ ਸ਼ਾਬਾਸ਼ੀ। ਵਾਕ ਹੈ ਵਾਹ ਤੂੰ ਤਾਂ ਕਮਾਲ ਕਰ ਦਿੱਤੀ। ਵਾਹ ਸ਼ਬਦ ਦਾ ਦੂਸਰਾ ਅਰਥ ਹੈ ਜ਼ੋਰ ਤੇ ਵਾਕ ਹੈ ਪੂਰੀ ਵਾਹ ਲਾਉਣ ਦੇ ਬਾਵਜੂਦ ਵੀ ਉਹ ਗੰਨੇ ਦੀ ਭਰੀ ਟਰਾਲੀ ਪੈਲੀ ਵਿੱਚੋਂ ਬਾਹਰ ਨਾ ਕੱਢ ਸਕੇ। ਵਾਹ ਸ਼ਬਦ ਦਾ ਤੀਸਰਾ ਅਰਥ ਹੈ ਵਾਹੁਣਾ। ਕਿਸਾਨ ਖੇਤਾਂ ਵਿੱਚ ਹੱਲ ਵਾਹ ਰਿਹਾ ਸੀ। ਅਗਲਾ ਬਹੁ ਅਰਥਕ ਸ਼ਬਦ ਜੋ ਸਾਡੇ ਕੋਲ ਹੈ ਉਹ ਹੈ ਵਾਰ। ਵਾਰ ਸ਼ਬਦ ਦਾ ਪਹਿਲਾ ਅਰਥ ਹੈ ਕੁਰਬਾਨ ਹੋਣਾ, ਸਦਕੇ ਜਾਣਾ। ਵਾਕ ਹੈ ਮਾਂ ਆਪਣੇ ਬੱਚਿਆਂ ਲਈ ਜਾਨ ਵਾਰ ਦਿੰਦੀ ਹੈ। ਵਾਰ ਸ਼ਬਦ ਦਾ ਦੂਸਰਾ ਅਰਥ ਹੈ ਜੋਸ਼ੀਲਾ ਗੀਤ। ਸਾਡੇ ਸਕੂਲ ਵਿੱਚ ਵਾਰ ਗਾਇਨ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਵਾਰ ਸ਼ਬਦ ਦਾ ਤੀਸਰਾ ਅਰਥ ਹੈ ਬਾਰ-ਬਾਰ ਤੇ ਵਾਕ ਹੈ ਮੇਰੇ ਕਈ ਵਾਰ ਕਹਿਣ ਤੇ ਉਸਨੇ ਇਹ ਕੰਮ ਕੀਤਾ। ਸੋ ਇਹ ਸੀ ਬਹੁ ਅਰਥਕ ਸ਼ਬਦ ਜਿਸ ਵਿੱਚ ਇੱਕ ਹੀ ਸ਼ਬਦ ਦੇ ਕਈ ਅਰਥ ਨਿਕਲਦੇ ਹਨ। ਅਰਥਾਂ ਪੱਖੋਂ ਸ਼ਬਦਾਂ ਦਾ ਅਧਿਐਨ ਕਰਨ ਲਈ ਦੂਸਰਾ ਮੁੱਖ ਆਧਾਰ ਹੈ ਸਮਾਨਾਰਥਕ ਸ਼ਬਦ। ਸਮਾਨਾਰਥਕ ਸ਼ਬਦ ਕੀ ਹੁੰਦੇ ਹਨ? ਸਮਾਨ ਦਾ ਅਰਥ ਹੈ ਬਰਾਬਰ। ਹਰ ਭਾਸ਼ਾ ਵਿੱਚ ਕਈ ਸ਼ਬਦ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਅਰਥ ਇੱਕੋ ਜਿਹੇ ਹੀ ਹੁੰਦੇ ਹਨ। ਅਜਿਹੇ ਸ਼ਬਦਾਂ ਨੂੰ ਸਮਾਨਾਰਥਕ ਸ਼ਬਦ ਆਖਦੇ ਹਨ। ਅਜਿਹੇ ਸ਼ਬਦਾਂ ਦੀ ਜਾਣਕਾਰੀ ਨਾਲ ਸਾਡੇ ਸ਼ਬਦ ਭੰਡਾਰ ਵਿੱਚ ਵਾਧਾ ਹੁੰਦਾ ਹੈ ਅਤੇ ਅਸੀਂ ਆਪਣੀ ਹਰ ਗੱਲ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਪੇਸ਼ ਕਰ ਸਕਦੇ ਹਾਂ। ਦੂਜਾ, ਇੱਕ ਹੀ ਅਰਥ ਲਈ ਵੱਖ-ਵੱਖ ਥਾਵਾਂ ਉੱਤੇ ਵੱਖ-ਵੱਖ ਸ਼ਬਦ ਵਰਤਣ ਨਾਲ ਪੜ੍ਹਨ ਵੇਲੇ ਅਕੇਵਾਂ ਨਹੀਂ ਹੁੰਦਾ। ਹੁਣ ਅਸੀਂ ਪੰਜਾਬੀ ਦੇ ਕੁਝ ਚੋਣਵੇਂ ਸਮਾਨਾਰਥਕ ਸ਼ਬਦਾਂ ਬਾਰੇ ਗੱਲ ਕਰਾਂਗੇ। ਪਹਿਲਾ ਸ਼ਬਦ ਹੈ ਬਹੁਤ। ਬਹੁਤ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਵਧੇਰੇ, ਚੋਖਾ, ਜ਼ਿਆਦਾ। ਅਗਲਾ ਸ਼ਬਦ ਹੈ ਔਰਤ। ਔਰਤ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਇਸਤਰੀ, ਨਾਰੀ, ਜਨਾਨੀ। ਅਗਲਾ ਸ਼ਬਦ ਹੈ ਉਸਤਤ। ਉਸਤਤ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਉਪਮਾ, ਪ੍ਰਸ਼ੰਸਾ, ਵਡਿਆਈ। ਸ਼ਬਦ ਹੈ ਉਜਾਲਾ। ਉਜਾਲਾ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਚਾਨਣ, ਪ੍ਰਕਾਸ਼, ਰੌਸ਼ਨੀ। ਸ਼ਬਦ ਹੈ ਸਾਡੇ ਕੋਲ ਤਕਦੀਰ। ਤਕਦੀਰ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਕਿਸਮਤ, ਭਾਗ, ਮੁਕੱਦਰ। ਸ਼ਬਦ ਹੈ ਅਕਲ। ਅਕਲ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਮੱਤ, ਸਮਝ, ਸਿਆਣਪ। ਅਗਲਾ ਸ਼ਬਦ ਹੈ ਅਧਿਆਪਕ। ਅਧਿਆਪਕ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਉਸਤਾਦ, ਗੁਰੂ, ਸਿੱਖਿਅਕ। ਅਗਲਾ ਸ਼ਬਦ ਹੈ ਉਦਾਸ। ਉਦਾਸ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਪਰੇਸ਼ਾਨ, ਫਿਕਰਮੰਦ, ਨਿਰਾਸ਼। ਸ਼ਬਦ ਹੈ ਸਸਤਾ। ਸਸਤਾ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਸੁਵੱਲਾ, ਹੌਲਾ, ਆਮ। ਸ਼ਬਦ ਹੈ ਸੋਹਣਾ। ਸੋਹਣਾ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਸੁੰਦਰ, ਪਿਆਰਾ, ਮਨੋਹਰ। ਅਗਲਾ ਸ਼ਬਦ ਹੈ ਸਾਡੇ ਕੋਲ ਇਨਸਾਨ। ਇਸ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਮਨੁੱਖ, ਬੰਦਾ, ਮਰਦ।
ਸ਼ਬਦ ਹੈ ਅੱਡਰਾ। ਇਸ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਵੱਖ, ਅਲੱਗ, ਜੁਦਾ। ਸ਼ਬਦ ਹੈ ਹੁਸ਼ਿਆਰ। ਹੁਸ਼ਿਆਰ ਸ਼ਬਦ ਦੇ ਬਰਾਬਰ ਦੇ ਸ਼ਬਦ ਹਨ ਸਾਵਧਾਨ, ਚੁਕੰਨਾ, ਚਲਾਕ। ਸ਼ਬਦ ਹੈ ਪਤਲਾ। ਇਸ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਕਮਜ਼ੋਰ, ਮਾੜਾ, ਦੁਰਬਲ। ਸ਼ਬਦ ਹੈ ਮਦਦ। ਇਸ ਸ਼ਬਦ ਦੇ ਬਰਾਬਰ ਦੇ ਸ਼ਬਦ ਹਨ ਸਹਾਇਤਾ, ਹਮਾਇਤ, ਸਮਰਥਨ। ਅਗਲਾ ਸ਼ਬਦ ਹੈ ਨਿਰਮਲ। ਨਿਰਮਲ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਸਾਫ, ਸ਼ੁੱਧ, ਸੁਥਰਾ। ਸ਼ਬਦ ਹੈ ਜਾਨ। ਜਾਨ ਸ਼ਬਦ ਦੇ ਬਰਾਬਰ ਦੇ ਸ਼ਬਦ ਹਨ ਜ਼ਿੰਦਗੀ, ਜੀਵਨ, ਪ੍ਰਾਣ। ਅਗਲਾ ਸ਼ਬਦ ਬਹਾਦਰ ਹੈ। ਬਹਾਦਰ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਸੂਰਮਾ, ਦਲੇਰ, ਬਲਵਾਨ। ਸ਼ਬਦ ਹੈ ਆਦਰ। ਇਸ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਮਾਣ, ਇੱਜ਼ਤ, ਸਤਿਕਾਰ। ਸ਼ਬਦ ਹੈ ਦੋਸਤੀ। ਦੋਸਤੀ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਮਿੱਤਰਤਾ, ਯਾਰੀ, ਸੱਜਣਤਾ। ਇਸ ਤਰ੍ਹਾਂ ਸਮਾਨਾਰਥਕ ਸ਼ਬਦ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਸ਼ਬਦਾਂ ਦੇ ਅਰਥ ਇੱਕੋ ਜਿਹੇ ਹੀ ਹੁੰਦੇ ਹਨ। ਅਰਥਾਂ ਪੱਖੋਂ ਸ਼ਬਦਾਂ ਦਾ ਅਧਿਐਨ ਕਰਨ ਲਈ ਤੀਸਰਾ ਮੁੱਖ ਆਧਾਰ ਹੈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਕੀ ਹੈ? ਜਿਵੇਂ ਕਿ ਇਸ ਦੇ ਨਾਂ ਤੋਂ ਹੀ ਸਪਸ਼ਟ ਹੈ ਕਿ ਬਹੁਤੇ ਸ਼ਬਦਾਂ ਦੀ ਜਗ੍ਹਾ 'ਤੇ ਇੱਕ ਸ਼ਬਦ ਲਿਖਣਾ। ਸਾਨੂੰ ਪਤਾ ਹੈ ਕਿ ਅੱਜ ਦੇ ਦੌਰ ਵਿੱਚ ਹਰ ਮਨੁੱਖ ਚਾਹੁੰਦਾ ਹੈ ਕਿ ਉਹ ਬੋਲਣ ਜਾਂ ਲਿਖਣ ਵੇਲੇ ਆਪਣੀ ਗੱਲ ਥੋੜ੍ਹੇ ਤੋਂ ਥੋੜ੍ਹੇ ਸ਼ਬਦਾਂ ਵਿੱਚ ਸਪਸ਼ਟ ਤੌਰ 'ਤੇ ਕਹਿ ਸਕੇ। ਇਸ ਕਰਕੇ ਮਨੁੱਖ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਵਰਤਣ ਦੀ ਕੋਸ਼ਿਸ਼ ਕਰਦਾ ਹੈ। ਮੁਹਾਵਰੇ ਅਤੇ ਅਖੌਤਾਂ ਦੀ ਸਿਰਜਣਾ ਇਸੇ ਕਰਕੇ ਹੋਈ ਹੈ ਕਿ ਮਨੁੱਖ ਥੋੜ੍ਹੇ ਸ਼ਬਦਾਂ ਵਿੱਚ ਆਪਣੀ ਗੱਲ ਕਹਿ ਸਕੇ। ਇਸ ਤਰ੍ਹਾਂ ਭਾਸ਼ਾ ਦੀ ਵਰਤੋਂ ਵਿੱਚ ਸੰਖੇਪਤਾ ਵੀ ਆਉਂਦੀ ਹੈ ਅਤੇ ਪ੍ਰਭਾਵ ਵੀ ਵੱਧਦਾ ਹੈ। ਇਸ ਕਰਕੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੀ ਵਰਤੋਂ ਕਿਵੇਂ ਹੁੰਦੀ ਹੈ, ਇਸ ਦੀਆਂ ਕੁਝ ਚੋਣਵੀਆਂ ਉਦਾਹਰਨਾਂ ਬਾਰੇ ਆਪਾਂ ਗੱਲ ਕਰਾਂਗੇ। ਪਹਿਲਾ ਹੈ ਬਹੁਤੇ ਸ਼ਬਦ ਜਿਹੜਾ ਪਾਠ ਮੁੱਢ ਤੋਂ ਅਖੀਰ ਤੱਕ ਅਰੁੱਕ ਕੀਤਾ ਜਾਵੇ। ਅਖੰਡ ਪਾਠ। ਬਹੁਤੇ ਸ਼ਬਦਾਂ ਤੋਂ ਇੱਕ ਸ਼ਬਦ ਬਣ ਗਿਆ ਅਖੰਡ ਪਾਠ। ਦੂਸਰਾ ਹੈ ਉਹ ਥਾਂ ਜੋ ਸਭ ਦੀ ਸਾਂਝੀ ਹੋਵੇ। ਸ਼ਾਮਲਾਟ। ਅਗਲਾ ਹੈ ਜੋ ਕਦੇ ਨਾ ਥੱਕੇ। ਅਣਥੱਕ। ਜਿਹੜੀ ਗੱਲ ਬਹੁਤ ਵਧਾ ਚੜ੍ਹਾ ਕੇ ਆਖੀ ਜਾਵੇ। ਅਤਿ ਕਥਨੀ। ਸਾਰਿਆਂ ਦੀ ਸਾਂਝੀ ਮਿਲਵੀਂ ਰਾਏ। ਸਰਬਸੰਮਤੀ। ਆਪਣੇ ਜੀਵਨ ਦਾ ਹਾਲ। ਸਵੈ ਜੀਵਨੀ। ਸਾਨੂੰ ਪਤਾ ਹੈ ਕਿ ਜੋ ਲਿਖਤ ਕਿਸੇ ਮਹਾਨ ਪੁਰਖ ਬਾਰੇ ਕਿਸੇ ਦੁਆਰਾ ਲਿਖੀ ਜਾਵੇ ਉਸ ਨੂੰ ਜੀਵਨੀ ਕਹਿੰਦੇ ਹਨ, ਅਤੇ ਜੋ ਆਪਣੇ ਬਾਰੇ ਆਪ ਲਿਖੀ ਗਈ ਹੋਵੇ ਉਸ ਲਿਖਤ ਨੂੰ ਸਵੈ ਜੀਵਨੀ ਕਹਿੰਦੇ ਹਨ। ਸੋ ਆਪਣੇ ਜੀਵਨ ਦਾ ਹਾਲ ਸਵੈ ਜੀਵਨੀ। ਅਗਲਾ ਹੈ ਕਿਸੇ ਉੱਚੇ ਆਦਰਸ਼ ਲਈ ਆਪਣੀ ਜਾਨ ਕੁਰਬਾਨ ਕਰ ਦੇਣ ਵਾਲਾ ਸ਼ਹੀਦ। ਦੂਜਿਆਂ ਦਾ ਉਪਕਾਰ ਕਰਨ ਵਾਲਾ ਪਰਉਪਕਾਰੀ। ਜਿਹੜਾ ਕਿਸੇ ਵੀ ਧਿਰ ਨਾਲ ਪੱਖਪਾਤ ਨਾ ਕਰੇ। ਨਿਰਪੱਖ। ਜੋ ਆਮ ਜਿਹਾ ਨਾ ਹੋਵੇ, ਖਾਸ ਹੋਵੇ, ਵਿਲੱਖਣ। ਆਗਿਆ ਦਾ ਪਾਲਣ ਕਰਨ ਵਾਲਾ ਆਗਿਆਕਾਰੀ। ਉਹ ਥਾਂ ਜਿੱਥੇ ਪਹਿਲਵਾਨ ਘੋਲ ਕਰਦੇ ਹਨ। ਅਖਾੜਾ। ਉਹ ਮੁੰਡਾ
ਜਾਂ ਕੁੜੀ ਜਿਸ ਦਾ ਵਿਆਹ ਨਾ ਹੋਇਆ ਹੋਵੇ। ਕੁਆਰਾ ਜਾਂ ਕੁਆਰੀ। ਮੁੰਡਾ ਹੈ ਤਾਂ ਕੁਆਰਾ ਅਤੇ ਜੇਕਰ ਕੁੜੀ ਹੈ ਤਾਂ ਕੁਆਰੀ। ਅਗਲਾ ਹੈ ਆਪਣੀ ਮਰਜ਼ੀ ਕਰਨ ਵਾਲਾ, ਆਪ ਹੁਦਰਾ। ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਇਕੱਠ ਤ੍ਰਿੰਜਣ। ਜਿਹੜਾ ਸਾਰੀਆਂ ਸ਼ਕਤੀਆਂ ਦਾ ਮਾਲਕ ਹੋਵੇ, ਸਰਬ ਸ਼ਕਤੀਮਾਨ। ਜਿਸ ਨੂੰ ਸਾਰੇ ਪਿਆਰ ਕਰਨ, ਹਰਮਨ ਪਿਆਰਾ। ਜਿਹੜਾ ਕਿਸੇ ਚੀਜ਼ ਦੀ ਖੋਜ ਕਰੇ, ਖੋਜੀ। ਜੋ ਆਪ ਨਾਲ ਬੀਤੀ ਹੋਵੇ, ਹੱਡ ਬੀਤੀ। ਸਾਨੂੰ ਪਤਾ ਹੈ ਕਿ ਜੋ ਗੱਲ ਜੱਗ ਨਾਲ ਬੀਤੀ ਹੋਵੇ ਉਸ ਨੂੰ ਜੱਗ ਬੀਤੀ ਕਹਿੰਦੇ ਹਨ, ਅਤੇ ਜੋ ਆਪਣੇ ਹੱਡਾਂ ਨਾਲ ਵਾਪਰੀ ਹੋਵੇ ਉਸ ਨੂੰ ਆਪ ਬੀਤੀ ਜਾਂ ਹੱਡ ਬੀਤੀ ਕਹਿੰਦੇ ਹਨ। ਅਗਲਾ ਹੈ ਪੰਜਾਬ ਦਾ ਵਸਨੀਕ, ਪੰਜਾਬੀ। ਇਸ ਤਰ੍ਹਾਂ ਬਹੁਤੇ ਸ਼ਬਦਾਂ ਨੂੰ ਸੰਖੇਪ ਕਰਕੇ ਇੱਕ ਸ਼ਬਦ ਵਿੱਚ ਆਪਣੀ ਗੱਲ ਕਹਿਣ ਨੂੰ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਕਿਹਾ ਜਾਂਦਾ ਹੈ। ਅਰਥਾਂ ਪੱਖੋਂ ਸ਼ਬਦਾਂ ਦਾ ਅਧਿਐਨ ਕਰਨ ਲਈ ਚੌਥਾ ਮੁੱਖ ਆਧਾਰ ਹੈ ਵਿਰੋਧਾਰਥਕ ਸ਼ਬਦ। ਵਿਰੋਧਾਰਥਕ ਸ਼ਬਦ ਕੀ ਹੈ? ਵਿਰੋਧੀ ਦਾ ਅਰਥ ਹੈ ਉਲਟਾ। ਅਸੀਂ ਆਮ ਗੱਲਬਾਤ ਕਰਨ ਸਮੇਂ ਜਾਂ ਲਿਖਣ ਸਮੇਂ ਕਈ ਅਜਿਹੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ ਜੋ ਇੱਕ ਦੂਸਰੇ ਦੇ ਉਲਟ ਅਰਥਾਂ ਨੂੰ ਪ੍ਰਗਟ ਕਰਦੇ ਹਨ। ਇਸ ਨੂੰ ਅਸੀਂ ਵਿਰੋਧਾਰਥਕ ਸ਼ਬਦ ਕਹਿੰਦੇ ਹਾਂ। ਇਸ ਤਰ੍ਹਾਂ ਵਿਰੋਧਾਰਥਕ ਸ਼ਬਦਾਂ ਦੀ ਪਰਿਭਾਸ਼ਾ ਅਸੀਂ ਇਸ ਤਰ੍ਹਾਂ ਦੇ ਸਕਦੇ ਹਾਂ ਕਿ ਜਿਹੜੇ ਸ਼ਬਦ ਇੱਕ ਦੂਸਰੇ ਤੋਂ ਵਿਰੋਧੀ ਜਾਂ ਉਲਟ ਅਰਥ ਪ੍ਰਗਟ ਕਰਦੇ ਹਨ ਉਹਨਾਂ ਨੂੰ ਵਿਰੋਧਾਰਥਕ ਸ਼ਬਦ ਕਹਿੰਦੇ ਹਨ। ਹੁਣ ਅਸੀਂ ਕੁਝ ਸ਼ਬਦਾਂ ਦੇ ਵਿਰੋਧੀ ਸ਼ਬਦ ਦੇਖਾਂਗੇ। ਸਸਤਾ ਦਾ ਵਿਰੋਧੀ ਸ਼ਬਦ ਮਹਿੰਗਾ। ਅਸਲੀ ਦਾ ਵਿਰੋਧੀ ਸ਼ਬਦ ਨਕਲੀ। ਸੱਚ ਦਾ ਵਿਰੋਧੀ ਸ਼ਬਦ ਝੂਠ। ਗੁਣ ਸ਼ਬਦ ਦਾ ਵਿਰੋਧੀ ਸ਼ਬਦ ਔਗੁਣ। ਖਾਲੀ ਤੋਂ ਭਰਿਆ। ਪਾਪ ਤੋਂ ਪੁੰਨ। ਪਾਸ ਤੋਂ ਫੇਲ। ਛੋਟਾ ਤੋਂ ਵੱਡਾ। ਦੂਰ ਤੋਂ ਨੇੜੇ। ਸ਼ਬਦ ਹੈ ਜਨਮ ਤੇ ਵਿਰੋਧੀ ਸ਼ਬਦ ਬਣ ਗਿਆ ਮੌਤ। ਸ਼ੁੱਧ ਤੋਂ ਅਸ਼ੁੱਧ। ਨਵਾਂ ਤੋਂ ਪੁਰਾਣਾ। ਸ਼ਬਦ ਹੈ ਗੁਰੂ ਤੇ ਵਿਰੋਧੀ ਸ਼ਬਦ ਬਣ ਗਿਆ ਚੇਲਾ। ਸ਼ਬਦ ਹੈ ਜਿੱਤ, ਵਿਰੋਧੀ ਸ਼ਬਦ ਹਾਰ ਬਣ ਗਿਆ। ਵਧੀਆ ਤੋਂ ਘਟੀਆ। ਚੰਗਿਆਈ ਤੋਂ ਬੁਰਿਆਈ। ਕੌੜਾ ਤੋਂ ਮਿੱਠਾ। ਉਲਟਾ ਤੋਂ ਸਿੱਧਾ। ਠੀਕ ਦਾ ਵਿਰੋਧੀ ਸ਼ਬਦ ਹੈ ਗਲਤ। ਭੁੱਖਾ ਤੋਂ ਰੱਜਿਆ। ਬਰੀਕ ਤੋਂ ਮੋਟਾ। ਭਾਰਾ ਸ਼ਬਦ ਤੋਂ ਬਣ ਗਿਆ ਵਿਰੋਧੀ ਸ਼ਬਦ ਹੌਲਾ। ਇਸ ਤਰ੍ਹਾਂ ਵਿਰੋਧੀ ਸ਼ਬਦ ਉਲਟ ਅਰਥਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਹੁੰਦੇ ਹਨ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬੀ ਵਿਆਕਰਣ ਦੇ ਚੌਥੇ ਅੰਗ ਅਰਥ-ਬੋਧ ਅਧੀਨ ਆਉਂਦੇ ਬਹੁ-ਅਰਥਕ ਸ਼ਬਦ, ਸਮਾਨਾਰਥਕ ਸ਼ਬਦ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਅਤੇ ਵਿਰੋਧਾਰਥਕ ਸ਼ਬਦਾਂ ਬਾਰੇ ਗੱਲਬਾਤ ਕੀਤੀ ਹੈ। ਧੰਨਵਾਦ।